ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਵੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 12ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਤੇ ਇਤਿਹਾਸ ਪੁਸਤਕ ਵਿੱਚ ਦਰਜ ਸੂਫੀ ਕਾਵਿ ਦੇ ਕਵੀ ਸੁਲਤਾਨ ਬਾਹੂ ਜੀ ਦੇ ਦੋਹੜਿਆਂ ਬਾਰੇ ਗੱਲਬਾਤ ਕਰਾਂਗੇ। ਸੁਲਤਾਨ ਬਾਹੂ ਜੀ ਦਾ ਜਨਮ 1631 ਈਸਵੀ ਵਿੱਚ ਜ਼ਿਲ੍ਹਾ ਝੰਗ ਦੇ ਪਿੰਡ ਆਵਾਨ ਪਾਕਿਸਤਾਨ ਵਿਖੇ ਬਾਇਜ਼ੀਦ ਮੁਹੰਮਦ ਅਤੇ ਬੀਬੀ ਰਾਸਤੀ ਕੁਦਸ ਸਰਾ ਦੇ ਘਰ ਹੋਇਆ। ਸੁਲਤਾਨ ਬਾਹੂ ਜੀ ਨੇ ਸੈਯਦ ਅਬਦੁਲ ਰਹਿਮਾਨ ਜੀ ਤੋਂ ਰੂਹਾਨੀ ਸਿੱਖਿਆ ਪ੍ਰਾਪਤ ਕੀਤੀ। ਆਪ ਬੜੇ ਕਰਨੀ ਵਾਲੇ ਸੂਫੀ ਸੰਤ ਸਨ। 1691 ਈਸਵੀ ਵਿੱਚ ਆਪ ਅਕਾਲ ਚਲਾਣਾ ਕਰ ਗਏ। ਆਪ ਜੀ ਨੇ ਅਰਬੀ ਫਾਰਸੀ ਵਿੱਚ ਕਈ ਪੁਸਤਕਾਂ ਲਿਖੀਆਂ। ਅਰਬੀ ਫਾਰਸੀ ਤੋਂ ਬਿਨਾਂ ਪੰਜਾਬੀ ਬੋਲੀ ਵਿੱਚ ਵੀ ਆਪ ਜੀ ਦੀ ਕੁਝ ਰਚਨਾ ਮਿਲਦੀ ਹੈ ਜੋ ਆਯਾਤ ਬਾਹੂ ਨਾਂ ਦੀ ਪੁਸਤਕ ਵਿੱਚ ਦਰਜ ਹੈ। ਆਪ ਜੀ ਨੇ ਬੈਂਤਾਂ ਅਤੇ ਸ਼ਿਹਰਫੀਆਂ ਰਾਹੀਂ ਸੂਫੀ ਵਿਚਾਰਾਂ ਨੂੰ ਪ੍ਰਗਟ ਕੀਤਾ ਹੈ। ਆਪ ਜੀ ਨੇ ਪੰਜਾਬੀ ਵਿੱਚ 196 ਸ਼ਿਹਰਫੀਆਂ ਲਿਖੀਆਂ। ਆਪ ਜੀ ਦੀ ਸ਼ਿਹਰਫੀ ਦੀ ਹਰ ਸਤਰ ਦੇ ਅੰਤ ਵਿੱਚ ਹੂ ਦੀ ਲੰਮੀ ਹੇਕ ਕਵਿਤਾ ਦੇ ਵਿੱਚ ਮਿਠਾਸ ਪੈਦਾ ਕਰਦੀ ਹੈ। ਸੁਲਤਾਨ ਬਾਹੂ ਜੀ ਦੀ ਕਵਿਤਾ ਦਾ ਹਰ ਬੰਦ 4 ਸਤਰਾਂ ਦਾ ਹੈ। ਹਰ ਸਤਰ ਕਵੀ ਦੇ ਡੂੰਘੇ ਨਿੱਜੀ ਤਜਰਬੇ ਨੂੰ ਪ੍ਰਗਟ ਕਰਦੀ ਹੈ। ਆਪ ਜੀ ਨੇ ਮੁਰਸ਼ਦ ਦੀ ਬਹੁਤ ਵਡਿਆਈ ਕੀਤੀ ਹੈ ਅਤੇ ਮੁਰਸ਼ਦ ਨੂੰ ਚੰਬੇ ਦੀ ਬੂਟੀ ਕਿਹਾ ਹੈ। ਆਪ ਜੀ ਦੀ ਰਚਨਾ ਉਪਦੇਸ਼ਾਤਮਕ ਹੈ। ਬੋਲੀ ਠੇਠ ਹੈ। ਬੋਲੀ ਉੱਪਰ ਲਹਿੰਦੀ ਅਤੇ ਫਾਰਸੀ ਦਾ ਅਸਰ ਪ੍ਰਤੱਖ ਹੈ। ਹੁਣ ਅਸੀਂ 12ਵੀਂ ਜਮਾਤ ਦੇ ਪਾਠਕ੍ਰਮ ਵਿੱਚ ਸ਼ਾਮਿਲ ਸੁਲਤਾਨ ਬਾਹੂ ਜੀ ਦੇ ਦੋਹੜਿਆਂ ਬਾਰੇ ਗੱਲਬਾਤ ਕਰਾਂਗੇ। ਪਹਿਲਾਂ ਅਸੀਂ ਦੋਹੜੇ ਨੂੰ ਪੜ੍ਹਾਂਗੇ, ਔਖੇ ਸ਼ਬਦਾਂ ਦੇ ਅਰਥ ਕਰਾਂਗੇ ਅਤੇ ਕਾਵਿ ਸਤਰਾਂ ਦੀ ਵਿਆਖਿਆ ਕਰਾਂਗੇ। ਸਾਡੇ ਪਾਠਕ੍ਰਮ ਵਿੱਚ ਸ਼ਾਮਿਲ ਸੁਲਤਾਨ ਬਾਹੂ ਜੀ ਦਾ ਪਹਿਲਾ ਦੋਹੜਾ ਹੈ। ਤੇ ਤਸਬੀਹ ਦਾ ਤੂੰ ਕਸਬੀ ਹੋਇਓ, ਮਾਰੇ 10 ਵੱਲੀਆਂ ਹੂ, ਦਿਲ ਦਾ ਮਨਕਾ ਇੱਕ ਨਾ ਫੇਰੇ, ਗਾਂਜ ਪਾਏ 5 ਵੀਹੀਆਂ ਹੂ, ਦੇਣ ਗਿਆ ਗੱਲ ਘੋਟੂ ਆਵੇਂ, ਲੈਣ ਗਿਆ ਤਸ਼ਬੀਹਾਂ ਹੂ, ਪੱਥਰ ਚਿੱਤ ਜਿਨ੍ਹਾਂ ਦਾ ਬਾਹੂ, ਉੱਥੇ ਜਾਇਆ ਵਸਣਾ ਮੀਹਾਂ ਹੂ। ਤਸਬੀਹ ਸ਼ਬਦ ਦਾ ਅਰਥ ਹੈ ਮਾਲਾ ਜਾਂ ਸਿਮਰਨੀ ਜਾਂ 100 ਜਾਂ 101 ਮਣਕਿਆਂ ਵਾਲੀ ਮਾਲਾ। ਕਸਬੀ ਸ਼ਬਦ ਦਾ ਅਰਥ ਹੈ ਕਿੱਤਾ ਕਰਨ ਵਾਲਾ ਜਾਂ ਪੇਸ਼ਾਵਰ। ਵੱਲੀਆਂ ਸ਼ਬਦ ਦਾ ਅਰਥ ਹੈ ਵੱਲ। ਮਨਕਾ ਸ਼ਬਦ ਦਾ ਅਰਥ ਹੈ ਮਣਕਾ। ਗਾਂਜ ਪਾਏ ਸ਼ਬਦ ਦਾ ਅਰਥ ਹੈ ਗਰਜਣਾ ਜਾਂ ਰੌਲਾ ਪਾਉਣਾ। 5 ਵੀਹੀਆਂ ਦਾ ਅਰਥ ਹੈ 5 ਗੁਣਾ 20 ਬਰਾਬਰ 100, ਭਾਵ 100 ਮਣਕਿਆਂ ਦੀ ਮਾਲਾ। ਗੱਲ ਘੋਟੂ ਆਵੇਂ, ਭਾਵ ਮੂੰਹ ਵਿੱਚੋਂ ਗੱਲ ਨਾ ਨਿਕਲਣੀ। ਤਸ਼ਬੀਹਾਂ ਸ਼ਬਦ ਦਾ ਅਰਥ ਹੈ ਮਿਸਾਲ ਜਾਂ ਉਪਮਾ। ਜਾਇਆ ਸ਼ਬਦ ਦਾ ਅਰਥ ਹੈ ਵਿਅਰਥ ਜਾਂ ਖਰਾਬ। ਇਸ ਦੋਹੜੇ ਵਿੱਚ ਬਾਹੂ ਜੀ ਨੇ ਮਾਲਾ ਫੇਰਨ ਦੇ ਪਾਖੰਡ ਦਾ ਖੰਡਨ ਕੀਤਾ ਹੈ। ਸੁਲਤਾਨ ਬਾਹੂ ਜੀ ਕਹਿੰਦੇ ਹਨ, ਹੇ ਭਾਈ, ਤੂੰ ਮਾਲਾ ਫੇਰਨ ਨੂੰ ਤਾਂ ਆਪਣਾ ਕਿੱਤਾ ਹੀ ਬਣਾ ਲਿਆ ਹੈ।
ਤੇ ਤੂੰ ਮਾਲਾ ਨੂੰ ਫੇਰਦਾ ਹੋਇਆ ਕਈ ਵਾਰ ਘੁਮਾਉਂਦਾ ਹੈ। ਤੂੰ ਕਦੇ ਦਿਲ ਦਾ ਮਣਕਾ ਨਹੀਂ ਫੇਰਿਆ, ਅਰਥਾਤ ਦਿਲੋਂ ਰੱਬ ਦੀ ਭਗਤੀ ਨਹੀਂ ਕੀਤੀ, ਪਰ 100 ਮਣਕਿਆਂ ਵਾਲੀ ਮਾਲਾ ਨੂੰ ਫੜ ਕੇ ਨਾਮ ਜਪਣ ਦਾ ਬਥੇਰਾ ਰੌਲਾ ਪਾਉਂਦਾ ਹੈ। ਜੇਕਰ ਤੈਨੂੰ ਆਪਣੇ ਕੋਲੋਂ ਕਿਸੇ ਨੂੰ ਦੇਣਾ ਪੈ ਜਾਵੇ ਤਾਂ ਤੇਰੇ ਮੂੰਹੋਂ ਗੱਲ ਨਹੀਂ ਨਿਕਲਦੀ, ਪਰ ਜਦੋਂ ਤੂੰ ਕਿਸੇ ਤੋਂ ਕੁਝ ਲੈਣਾ ਹੋਵੇ ਤਾਂ ਮਿਸਾਲਾਂ ਦੇ ਕੇ, ਉਦਾਹਰਨਾਂ ਦੇ ਕੇ ਦਾਨ ਪੁੰਨ ਦੇ ਮਹੱਤਵ ਨੂੰ ਸਮਝਾਉਂਦਾ ਹੈ। ਬਾਹੂ ਜੀ ਕਹਿੰਦੇ ਹਨ ਕਿ ਜਿਨ੍ਹਾਂ ਲੋਕਾਂ ਦਾ ਦਿਲ ਹੀ ਪੱਥਰ ਹੋਵੇ, ਉੱਥੇ ਉਪਦੇਸ਼ ਦੇ ਮੀਂਹ ਦਾ ਵਰਨਾ ਵੀ ਵਿਅਰਥ ਹੀ ਹੁੰਦਾ ਹੈ। ਸੋ ਮਨੁੱਖ ਨੂੰ ਪਾਖੰਡ ਭਰੀ ਭਗਤੀ ਨਹੀਂ ਕਰਨੀ ਚਾਹੀਦੀ। ਸੁਲਤਾਨ ਬਾਹੂ ਜੀ ਦਾ ਅਗਲਾ ਦੋੜਾ ਹੈ, ਤੇ ਤੂੰ ਦੀ ਜਾਗ ਨਾ ਜਾਗ ਫਕੀਰਾ, ਅੰਤ ਤੂੰ ਲੋੜ ਜਗਾਇਆ ਹੂ, ਅੱਖੀ ਮੀਟਿਆਂ ਨਾ ਦਿਲ ਜਾਗੇ, ਜਾਗੇ ਜਾਂ ਮਤਲਬ ਪਾਇਆ ਹੂ। ਇਹ ਨੁਕਤਾ ਜਦ ਪੁਖਤਾ ਕੀਤਾ ਤਾਂ ਜ਼ਾਹਰ ਆਖ ਬਣਾਇਆ ਹੂ, ਬਾਹੂ ਮੈਂ ਤਾਂ ਭੁੱਲੀ ਵੈਂਦੀ, ਮੁਰਸ਼ਦ ਰਾਹ ਵਿਖਾਇਆ ਹੂ। ਨੁਕਤਾ ਸ਼ਬਦ ਦਾ ਅਰਥ ਹੈ ਸੂਖਮ ਗੱਲ ਜਾਂ ਬਾਰੀਕ ਗੱਲ। ਪੁਖਤਾ ਸ਼ਬਦ ਦਾ ਅਰਥ ਹੈ ਪੱਕਾ ਜਾਂ ਨਿਪੁੰਨ। ਜ਼ਾਹਰ ਸ਼ਬਦ ਦਾ ਅਰਥ ਹੈ ਪ੍ਰਤੱਖ। ਭੁੱਲੀ ਵੈਂਦੀ ਭਾਵ ਭੁੱਲੀ ਫਿਰਦੀ ਸੀ। ਮੁਰਸ਼ਦ ਸ਼ਬਦ ਦਾ ਅਰਥ ਹੈ ਗੁਰੂ ਜਾਂ ਪੀਰ। ਇਸ ਦੋੜੇ ਵਿੱਚ ਬਾਹੂ ਜੀ ਨੇ ਦੱਸਿਆ ਹੈ ਕਿ ਮਨੁੱਖ ਨੂੰ ਰੂਹਾਨੀ ਰਾਹ ਉੱਤੇ ਮੁਰਸ਼ਦ ਹੀ ਪਾਉਂਦਾ ਹੈ। ਬਾਹੂ ਜੀ ਕਹਿੰਦੇ ਹਨ, ਹੇ ਫਕੀਰਾ, ਤੈਨੂੰ ਜਿਸ ਰੂਹਾਨੀ ਜਾਗ ਨਾਲ ਜਾਗਣਾ ਚਾਹੀਦਾ ਹੈ, ਤੂੰ ਉਹ ਜਾਗ ਨਹੀਂ ਜਾਗਦਾ। ਅੰਤ ਤੈਨੂੰ ਇਸੇ ਜਾਗ ਨਾਲ ਜਗਾਉਣ ਦੀ ਜ਼ਰੂਰਤ ਪਵੇਗੀ। ਜੇਕਰ ਤੂੰ ਅੱਖਾਂ ਮੀਟ ਕੇ ਸਮਾਧੀ ਦੀ ਅਵਸਥਾ ਵਿੱਚ ਬੈਠਦਾ ਹੈ ਤਾਂ ਇਸ ਤਰ੍ਹਾਂ ਤੇਰਾ ਦਿਲ ਨਹੀਂ ਜਾਗਦਾ। ਜੇਕਰ ਤੇਰਾ ਦਿਲ ਜਾਗ ਪਵੇ ਤਾਂ ਤੂੰ ਰੱਬ ਨਾਲ ਇਕਮਿਕਤਾ ਦੇ ਆਪਣੇ ਮਤਲਬ ਨੂੰ ਪਾ ਲਵੇਂਗਾ। ਜਦੋਂ ਤੂੰ ਇਸ ਸੂਖਮ ਗੱਲ ਨੂੰ ਸਮਝ ਲਵੇਂਗਾ ਤਾਂ ਤੂੰ ਪ੍ਰਤੱਖ ਰੂਪ ਵਿੱਚ ਰੱਬ ਨਾਲ ਇਕਮਿਕ ਹੋ ਜਾਵੇਂਗਾ। ਬਾਹੂ ਜੀ ਇਸਤਰੀ ਰੂਪ ਵਿੱਚ ਕਹਿੰਦੇ ਹਨ, ਹੇ ਭਾਈ, ਮੈਂ ਵੀ ਪਹਿਲਾਂ ਰੂਹਾਨੀ ਰਾਹ ਲੱਭਣ ਲਈ ਸ਼ਰ੍ਹਾ ਦੇ ਕਰਮਕਾਂਡ ਵਿੱਚ ਭੁੱਲੀ ਫਿਰਦੀ ਸਾਂ, ਪਰ ਮੈਨੂੰ ਅਸਲ ਰੂਹਾਨੀ ਰਾਹ ਗੁਰੂ ਨੇ ਹੀ ਦਿਖਾਇਆ ਹੈ, ਜਿਸ ਉੱਤੇ ਹੁਣ ਮੈਂ ਅਡੋਲ ਚੱਲ ਰਹੀ ਹਾਂ। ਭਾਵ ਮਨੁੱਖ ਨੂੰ ਰੂਹਾਨੀ ਰਾਹ ਉੱਤੇ ਮੁਰਸ਼ਦ ਹੀ ਤੋਰ ਸਕਦਾ ਹੈ। ਬਾਹੂ ਜੀ ਦਾ ਅਗਲਾ ਦੋੜਾ ਹੈ, ਦਾਲ ਦਿਲ ਕਾਲੇ ਕਨੋ ਮੂੰਹ ਕਾਲਾ, ਚੰਗਾ ਜੇ ਕੋ ਇਸਨੂੰ ਜਾਣੇ ਹੂ। ਮੂੰਹ ਕਾਲਾ ਦਿਲ ਅੱਛਾ ਹੋਵੇ, ਇਹ ਦਿਲ ਜਾਰ ਪਛਾਣੇ ਹੂ। ਇਹ ਦਿਲ ਦੋਸਤ ਦੇ ਪਿੱਛੇ ਹੋਵੇ, ਦੋਸਤ ਮਤਾ ਸੀ ਜਾਣੇ ਹੂ। ਸਹਿ ਆਲਮ ਛੋੜ ਮਸੀਤਾਂ, ਨੱਠੇ ਬਾਹੂ ਜਦ ਲੱਗੇ ਨੇ ਦਿਲ ਟਿਕਾਣੇ ਹੂ। ਕਨੋ ਸ਼ਬਦ ਦਾ ਅਰਥ ਹੈ ਨਾਲੋਂ। ਮਤਾ ਸ਼ਬਦ ਦਾ ਅਰਥ ਹੈ ਕਿਤੇ ਇਹ ਨਾ ਹੋਵੇ। ਸਿੰਜਾਣੇ ਸ਼ਬਦ ਦਾ ਅਰਥ ਹੈ ਪਛਾਣੇ। ਸਹਿ ਸ਼ਬਦ ਦਾ ਅਰਥ ਹੈ ਸੈਂਕੜੇ। ਆਲਮ ਸ਼ਬਦ ਦਾ ਅਰਥ ਹੈ ਵਿਦਵਾਨ ਜਾਂ ਇਲਮ ਰੱਖਣ ਵਾਲਾ। ਇਸ ਦੋੜੇ ਵਿੱਚ ਬਾਹੂ ਜੀ ਕਹਿੰਦੇ ਹਨ ਕਿ ਰੱਬ ਨੂੰ ਪਾਉਣ ਲਈ ਦਿਲ ਕਾਲੇ ਨਾਲੋਂ ਮੂੰਹ ਕਾਲਾ ਹੋਣਾ ਚੰਗਾ ਹੁੰਦਾ ਹੈ। ਸੁਲਤਾਨ ਬਾਹੂ ਜੀ ਕਹਿੰਦੇ ਹਨ ਕਿ ਜੇਕਰ ਕੋਈ ਇਸ ਗੱਲ ਦੇ ਰਹੱਸ ਨੂੰ ਸਮਝ ਲਵੇ ਕਿ ਦਿਲ ਕਾਲੇ ਨਾਲੋਂ
ਮੂੰਹ ਕਾਲਾ ਚੰਗਾ ਹੁੰਦਾ ਹੈ ਤਾਂ ਉਹ ਰੂਹਾਨੀਅਤ ਦਾ ਸਹੀ ਰਾਹ ਫੜ ਲੈਂਦਾ ਹੈ। ਜੇ ਮੂੰਹ ਕਾਲਾ ਹੋਵੇ ਪਰ ਦਿਲ ਸਾਫ਼ ਹੋਵੇ ਤਾਂ ਇਸ ਦਿਲ ਨੂੰ ਦੋਸਤ ਰੱਬ ਪਛਾਣ ਲੈਂਦਾ ਹੈ। ਸਾਫ਼ ਦਿਲ ਜਦੋਂ ਦੋਸਤ ਰੱਬ ਦੇ ਪਿੱਛੇ ਤੁਰ ਪੈਂਦਾ ਹੈ ਤਾਂ ਉਹ ਇਸ ਨੂੰ ਪਛਾਣ ਕੇ ਅਪਣਾ ਲੈਂਦਾ ਹੈ। ਇਸ ਤਰ੍ਹਾਂ ਜਦੋਂ ਸਾਫ਼ ਦਿਲ ਸਹੀ ਟਿਕਾਣੇ ਅਰਥਾਤ ਦੋਸਤ ਰੱਬ ਵੱਲ ਲੱਗ ਜਾਂਦਾ ਹੈ ਤਾਂ ਅਜਿਹੀ ਅਵਸਥਾ ਵਿੱਚ ਪਹੁੰਚ ਕੇ ਮਜ਼ਹਬ ਦੇ ਸੈਂਕੜੇ ਵਿਦਵਾਨ ਮਸੀਤਾਂ ਛੱਡ ਕੇ ਬਾਹਰ ਨੂੰ ਨੱਸ ਪੈਂਦੇ ਹਨ, ਕਿਉਂਕਿ ਉਹਨਾਂ ਨੂੰ ਮਹਿਸੂਸ ਹੋ ਜਾਂਦਾ ਹੈ ਕਿ ਰੱਬ ਮਸੀਤਾਂ ਵਿੱਚ ਬਹਿਣ ਨਾਲ ਨਹੀਂ ਮਿਲਦਾ, ਸਗੋਂ ਦਿਲ ਨੂੰ ਸਾਫ਼ ਰੱਖ ਕੇ ਉਸ ਵੱਲ ਲਾਉਣ ਨਾਲ ਮਿਲਦਾ ਹੈ। ਸੁਲਤਾਨ ਬਾਹੂ ਜੀ ਦਾ ਅਗਲਾ ਦੋੜਾ ਹੈ, ਐਨ ਆਸ਼ਕ ਹੋਵੇ ਤੇ ਇਸ਼ਕ ਕਮਾਵੇ, ਦਿਲ ਰੱਖੇ ਵਾਂਗ ਪਹਾੜਾਂ ਹੂ, ਲੱਖ ਲੱਖ ਤਾਨੇ ਝੱਲੇ ਸਿਰ ਤੇ, ਲੈਵੇ ਬਾਗ ਬਹਾਰਾਂ ਹੂ, ਮਨਸੂਰ ਜਿਹੇ ਚਾ ਸੂਲੀ ਦਿੱਤੇ, ਜਿਹੜੇ ਵਾਕਫ ਕੁੱਲ ਅਸਰਾਰਾਂ ਹੂ, ਸਿਜਦਿਓਂ ਸਿਰ ਨਾ ਚਾਏ ਬਾਹੂ, ਤੋੜੇ ਕਾਫਰ ਕਹਿਣ ਹਜ਼ਾਰਾਂ ਹੂ। ਮਨਸੂਰ ਈਰਾਨ ਦਾ ਇੱਕ ਪ੍ਰਸਿੱਧ ਸੂਫੀ ਫਕੀਰ ਇਸ ਦੁਆਰਾ ਮੈਂ ਹੀ ਰੱਬ ਹਾਂ ਦਾ ਨਾਅਰਾ ਲਾਉਣ ਤੇ ਸ਼ਰਈ ਮੁਲਾਣਿਆਂ ਨੇ 922 ਈਸਵੀ ਵਿੱਚ ਉਸ ਨੂੰ ਸੂਲੀ ਚੜਵਾ ਕੇ ਮਰਵਾ ਦਿੱਤਾ ਸੀ। ਅਸਰਾਰਾਂ ਸ਼ਬਦ ਦਾ ਅਰਥ ਹੈ ਭੇਤ ਜਾਂ ਰਾਜ। ਸਿਜਦਿਓਂ ਸ਼ਬਦ ਦਾ ਅਰਥ ਹੈ ਰੱਬ ਨੂੰ ਹਾਜ਼ਰ ਸਮਝ ਕੇ ਧਰਤੀ ਉੱਤੇ ਸਿਰ ਰੱਖਣਾ ਭਾਵ ਮੱਥਾ ਟੇਕਣਾ। ਤੋੜੇ ਸ਼ਬਦ ਦਾ ਅਰਥ ਹੈ ਭਾਵੇਂ। ਕਾਫਰ ਸ਼ਬਦ ਦਾ ਅਰਥ ਹੈ ਨਾਸਤਿਕ ਭਾਵ ਰੱਬ ਨੂੰ ਨਾ ਮੰਨਣ ਵਾਲਾ। ਇਸ ਦੋੜੇ ਵਿੱਚ ਕਵੀ ਨੇ ਮਨੁੱਖ ਨੂੰ ਕਿਹਾ ਹੈ ਕਿ ਰੱਬ ਦਾ ਇਸ਼ਕ ਕਮਾਉਣ ਲਈ ਉਸ ਨੂੰ ਬੇਹੱਦ ਦ੍ਰਿੜਤਾ ਧਾਰਨ ਕਰਨੀ ਚਾਹੀਦੀ ਹੈ। ਸੁਲਤਾਨ ਬਾਹੂ ਜੀ ਕਹਿੰਦੇ ਹਨ ਕਿ ਹੇ ਭਾਈ, ਜੇਕਰ ਤੂੰ ਰੱਬ ਦਾ ਆਸ਼ਿਕ ਹੋ ਕੇ ਉਸ ਦਾ ਇਸ਼ਕ ਕਮਾਉਣਾ ਹੈ ਤਾਂ ਤੈਨੂੰ ਆਪਣਾ ਦਿਲ ਪਹਾੜਾਂ ਵਰਗਾ ਮਜ਼ਬੂਤ ਬਣਾ ਕੇ ਰੱਖਣਾ ਪਵੇਗਾ। ਇਸ ਤਰ੍ਹਾਂ ਦ੍ਰਿੜ ਰਹਿ ਕੇ ਜੇਕਰ ਤੂੰ ਲੋਕਾਂ ਦੇ ਲੱਖਾਂ ਤਾਨੇ ਮਿਹਣੇ ਸਿਰ ਉੱਤੇ ਝੱਲੇਗਾ ਤਾਂ ਤੈਨੂੰ ਬਹੁਤ ਹੀ ਆਨੰਦ ਪ੍ਰਾਪਤ ਹੋਵੇਗਾ। ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਰੱਬ ਦਾ ਇਸ਼ਕ ਕਮਾਉਣਾ ਸੌਖਾ ਨਹੀਂ। ਇਸ ਇਸ਼ਕ ਨੇ ਤਾਂ ਮਨਸੂਰ ਵਰਗੇ ਜਿਹੜੇ ਰੂਹਾਨੀਅਤ ਦੇ ਸਾਰੇ ਭੇਤਾਂ ਦੇ ਜਾਣਕਾਰ ਸਨ ਨੂੰ ਵੀ ਸੂਲੀ ਉੱਤੇ ਚੜਵਾ ਕੇ ਮਰਵਾ ਦਿੱਤਾ ਸੀ। ਤੈਨੂੰ ਵੀ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਸ਼ਿਕ ਤਾਂ ਇੰਨਾ ਸਿੱਦਕੀ ਹੋਣਾ ਚਾਹੀਦਾ ਹੈ ਕਿ ਉਸ ਨੂੰ ਆਪਣਾ ਸਿਜਦੇ ਵਿੱਚ ਨਿਵਾਇਆ ਸਿਰ ਧਰਤੀ ਤੋਂ ਨਹੀਂ ਚੁੱਕਣਾ ਚਾਹੀਦਾ, ਭਾਵੇਂ ਉਸ ਨੂੰ ਦੁਨੀਆ ਦੇ ਹਜ਼ਾਰਾਂ ਲੋਕ ਨਾਸਤਿਕ ਕਹਿਣ। ਇਸ ਦੋਹੜੇ ਦਾ ਭਾਵ ਇਹ ਹੈ ਕਿ ਰੱਬ ਦਾ ਇਸ਼ਕ ਕਮਾਉਣਾ ਸੌਖਾ ਨਹੀਂ। ਇਸ਼ਕ ਨੇ ਮਨਸੂਰ ਵਰਗੇ ਵੀ ਸੂਲੀ ਤੇ ਚੜਾ ਕੇ ਮਰਵਾ ਦਿੱਤੇ। ਆਸ਼ਿਕ ਨੂੰ ਆਪਣਾ ਦਿਲ ਪਹਾੜ ਵਰਗਾ ਮਜ਼ਬੂਤ ਰੱਖਣਾ ਚਾਹੀਦਾ ਹੈ ਅਤੇ ਆਪਣਾ ਸਿਜਦੇ ਵਿੱਚ ਨਵਾਇਆ ਸਿਰ ਧਰਤੀ ਤੋਂ ਨਹੀਂ ਚੁੱਕਣਾ ਚਾਹੀਦਾ। ਬਾਹੂ ਜੀ ਦਾ ਅਗਲਾ ਦੋੜਾ ਹੈ, ਐਨ ਇਸ਼ਕ ਜਿਨ੍ਹਾਂ ਦੀ ਹੱਡੀ ਰਚਿਆ, ਉਹ ਫਿਰਦੇ ਚੁੱਪ ਚਪਾਤੇ ਹੂ, ਲੂ ਦੇ ਵਿੱਚ ਲੱਖ ਜ਼ਬਾਨਾਂ, ਉਹ ਕਰਦੇ ਗੂੰਗੀ ਬਾतें ਹੂ, ਉਹ ਕਰਦੇ ਵੁਜੂ ਇਸਮ ਆਜਮ ਦਾ, ਜਿਹੜੇ ਦਰਿਆ ਵਹਿਦਤ ਨਾਤੇ ਹੂ, ਤਦ ਥੀਨ ਕਬੂਲ ਨਮਾਜ਼ਾਂ, ਜਦ ਯਾਰਾਂ ਯਾਰ ਪਛਾਤੇ ਹੂ। ਲੂ ਸ਼ਬਦ ਦਾ ਅਰਥ ਹੈ ਵਾਲ ਵਾਲ। ਬਾतें ਭਾਵ ਗੱਲਾਂ। ਵੁਜੂ ਸ਼ਬਦ ਦਾ ਅਰਥ ਹੈ ਨਮਾਜ਼ ਪੜ੍ਹਨ ਤੋਂ ਪਹਿਲਾਂ ਹੱਥ ਮੂੰਹ ਧੋ ਕੇ ਪਵਿੱਤਰ ਹੋਣਾ। ਇਸਮ
ਸ਼ਬਦ ਦਾ ਅਰਥ ਹੈ ਨਾਮ, ਭਾਵ ਰੱਬ ਦਾ ਨਾਮ। ਆਜਮ ਸ਼ਬਦ ਦਾ ਅਰਥ ਹੈ ਮਹਾਨ ਜਾਂ ਬਹੁਤ ਵੱਡਾ। ਵਹਿਦਤ ਸ਼ਬਦ ਦਾ ਅਰਥ ਹੈ ਰੱਬ ਨਾਲ ਇਕਮਿਕਤਾ। ਥੀਨ ਸ਼ਬਦ ਦਾ ਅਰਥ ਹੈ ਹੁਣ। ਨਮਾਜ਼ਾਂ ਸ਼ਬਦ ਦਾ ਅਰਥ ਹੈ ਮੁਸਲਮਾਨਾਂ ਦਾ ਇੱਕ ਧਾਰਮਿਕ ਕਰਮ। ਇਸ ਦੋਹੜੇ ਵਿੱਚ ਬਾਹੂ ਜੀ ਨੇ ਰੱਬ ਦੇ ਆਸ਼ਕਾਂ ਦੀ ਅਵਸਥਾ ਨੂੰ ਬਿਆਨ ਕੀਤਾ ਹੈ। ਬਾਹੂ ਜੀ ਕਹਿੰਦੇ ਹਨ ਕਿ ਜਿਨ੍ਹਾਂ ਮਨੁੱਖਾਂ ਦੇ ਹੱਡਾਂ ਵਿੱਚ ਰੱਬੀ ਇਸ਼ਕ ਰਚ ਜਾਂਦਾ ਹੈ, ਉਹ ਚੁੱਪ ਚਪੀਤੇ ਫਿਰਦੇ ਹਨ। ਉਹ ਇਸ ਦਾ ਭੇਤ ਕਿਸੇ ਨੂੰ ਨਹੀਂ ਦਿੰਦੇ। ਉਹਨਾਂ ਦਾ ਇੱਕ ਇੱਕ ਲੂ ਲੱਖ ਲੱਖ ਜ਼ਬਾਨਾਂ ਦਾ ਰੂਪ ਧਾਰ ਲੈਂਦਾ ਹੈ ਅਤੇ ਇਸ ਤਰ੍ਹਾਂ ਉਹ ਰੱਬ ਨਾਲ ਰਹੱਸ ਦੀਆਂ ਗੁੱਝੀਆਂ ਗੱਲਾਂ ਕਰਦੇ ਹਨ। ਅਜਿਹੇ ਮਨੁੱਖ ਜਿਹੜੇ ਰੱਬ ਨਾਲ ਇਕਮਿਕਤਾ ਦੇ ਦਰਿਆ ਵਿੱਚ ਨਹਾਉਂਦੇ ਹਨ, ਉਹ ਉਸ ਦੇ ਵੱਡੇ ਨਾਮ ਦੇ ਅੰਮ੍ਰਿਤ ਨਾਲ ਮੂੰਹ ਹੱਥ ਧੋ ਕੇ ਪਵਿੱਤਰ ਹੁੰਦੇ ਹਨ। ਇਸ ਅਵਸਥਾ ਵਿੱਚ ਜਦੋਂ ਯਾਰ ਯਾਰਾਂ ਨੂੰ ਪਛਾਣ ਲੈਂਦੇ ਹਨ, ਤਾਂ ਹੀ ਮਨੁੱਖ ਦੀਆਂ ਨਮਾਜ਼ਾਂ ਰੱਬ ਦੀ ਦਰਗਾਹ ਵਿੱਚ ਕਬੂਲ ਪੈਂਦੀਆਂ ਹਨ। ਭਾਵ ਜਿਨ੍ਹਾਂ ਮਨੁੱਖ ਦੇ ਹੱਡਾਂ ਵਿੱਚ ਰੱਬੀ ਇਸ਼ਕ ਰਚ ਜਾਂਦਾ ਹੈ, ਉਹ ਚੁੱਪ ਚਪੀਤੇ ਫਿਰਦੇ ਹਨ, ਪਰ ਰੱਬ ਨਾਲ ਇਕਮਿਕਤਾ ਦੇ ਦਰਿਆ ਵਿੱਚ ਨਹਾਉਂਦੇ ਹਨ। ਬਾਹੂ ਜੀ ਦਾ ਅਗਲਾ ਦੋਹੜਾ ਹੈ, ਕਾਫ ਕਾਮਿਲ ਮੁਰਸ਼ਦ ਐਸਾ ਹੋਵੇ ਜਿਹੜਾ ਧੋਬੀ ਵਾਂਗੂ ਛੱਟੇ ਹੂ, ਨਾਲ ਨਿਗਾਹ ਦੇ ਪਾਕ ਕਰਿੰਦਾ, ਇਹ ਸੱਜੀ ਸਾਬਣ ਨਾ ਘੱਤੇ ਹੂ, ਮੈਲਿਆਂ ਥੀ ਕਰ ਦਿੰਦਾ ਚਿੱਟਾ, ਵਿੱਚ ਜਰਾ ਮੈਲ ਨਾ ਰੱਖੇ ਹੂ, ਐਸਾ ਮੁਰਸ਼ਦ ਹੋਵੇ ਬਾਹੂ ਜਿਹੜਾ ਲੂ ਦੇ ਵਿੱਚ ਵਸੇ ਹੂ। ਕਾਮਿਲ ਸ਼ਬਦ ਦਾ ਅਰਥ ਹੈ ਪੂਰਾ, ਭਾਵ ਮੁਕੰਮਲ। ਮੁਰਸ਼ਦ ਸ਼ਬਦ ਦਾ ਅਰਥ ਹੈ ਗੁਰੂ। ਪਾਕ ਸ਼ਬਦ ਦਾ ਅਰਥ ਹੈ ਪਵਿੱਤਰ। ਸੱਜੀ ਸ਼ਬਦ ਦਾ ਅਰਥ ਹੈ ਇੱਕ ਪ੍ਰਕਾਰ ਦਾ ਖਾਰ ਜੋ ਬੂਈ ਦੀ ਸੁਆਹ ਤੋਂ ਬਣਦਾ ਹੈ ਅਤੇ ਕੱਪੜੇ ਧੋਣ ਦੇ ਕੰਮ ਆਉਂਦਾ ਹੈ। ਥੀ ਸ਼ਬਦ ਦਾ ਅਰਥ ਹੈ ਤੋਂ। ਇਸ ਦੋੜੇ ਵਿੱਚ ਬਾਹੂ ਜੀ ਨੇ ਦੱਸਿਆ ਹੈ ਕਿ ਰੂਹਾਨੀ ਰਾਹ ਉੱਤੇ ਚੱਲਣ ਲਈ ਕਿਹੋ ਜਿਹੇ ਮੁਰਸ਼ਦ ਦੀ ਜ਼ਰੂਰਤ ਹੁੰਦੀ ਹੈ। ਬਾਹੂ ਜੀ ਕਹਿੰਦੇ ਹਨ ਕਿ ਗੁਰੂ ਇਹੋ ਜਿਹਾ ਹੋਣਾ ਚਾਹੀਦਾ ਹੈ ਜਿਹੜਾ ਸਰੀਰ ਦੀ ਮੈਲ ਨੂੰ ਇਸ ਤਰ੍ਹਾਂ ਕੱਢ ਦੇਵੇ ਜਿਸ ਤਰ੍ਹਾਂ ਧੋਬੀ ਕੱਪੜੇ ਨੂੰ ਪਟਕਾ ਕੇ ਮਾਰਦਾ ਹੋਇਆ ਉਸ ਦੀ ਮੈਲ ਬਾਹਰ ਕੱਢ ਦਿੰਦਾ ਹੈ। ਪੂਰਾ ਗੁਰੂ ਮਿਹਰ ਦੀ ਇੱਕ ਨਿਗਾਹ ਨਾਲ ਹੀ ਦੇਹੀ ਨੂੰ ਪਵਿੱਤਰ ਕਰ ਦਿੰਦਾ ਹੈ ਅਤੇ ਉਹ ਧੋਬੀ ਵਾਂਗ ਸਾਬਣ ਜਾਂ ਸੱਜੀ ਦੀ ਵਰਤੋਂ ਨਹੀਂ ਕਰਦਾ। ਪੂਰਾ ਗੁਰੂ ਇੱਕ ਨਿਗਾਹ ਨਾਲ ਹੀ ਮੈਲੇ ਮਨ ਨੂੰ ਅਜਿਹਾ ਚਿੱਟਾ ਕਰ ਦਿੰਦਾ ਹੈ ਕਿ ਉਸ ਵਿੱਚ ਰਤਾ ਵੀ ਮੈਲ ਨਹੀਂ ਰਹਿੰਦੀ। ਮੁਰਸ਼ਦ ਅਜਿਹਾ ਪੂਰਾ ਹੋਣਾ ਚਾਹੀਦਾ ਹੈ ਕਿ ਉਹ ਆਪਣੀ ਮਿਹਰ ਅਤੇ ਸਿੱਖਿਆ ਨਾਲ ਆਪਣੇ ਸ਼ਾਗਿਰਦ ਦੇ ਲੂ ਵਿੱਚ ਵਸ ਜਾਵੇ। ਬਾਹੂ ਜੀ ਦਾ ਅਗਲਾ ਦੋੜਾ ਹੈ, ਲਾਮ ਲਿਖਣ ਸਿੱਖਿਓ ਨੇ ਲਿਖਣਾ ਜਾਤਾ, ਕਿਉਂ ਕਾਗਜ਼ ਕਿਤੋਈ ਜਾਇਆ ਹੂ, ਕੱਤ ਕਲਮ ਨੂੰ ਮਾਰ ਨਾ ਜਾਣੇ ਤੇ ਕਾਤਿਬ ਨਾਮ ਤਰਾਇਆ ਹੂ, ਸਭ ਸਲਾਹ ਤੇਰੀ ਹੋਸੀ ਖੋਟੀ, ਜਦਾਂ ਕਾਤਿਬ ਦੇ ਹੱਥ ਆਇਆ ਹੂ, ਸਹੀ ਸਲਾਹ ਤਿੰਨਾਂ ਦੀ ਬਾਹੂ, ਜਿਨ੍ਹਾਂ ਅਲਫ ਤੇ ਮੀਮ ਕਮਾਇਆ ਹੂ। ਜਾਤਾ ਸ਼ਬਦ ਦਾ ਅਰਥ ਹੈ ਜਾਣਿਆ। ਕੱਤ ਸ਼ਬਦ ਦਾ ਅਰਥ ਹੈ ਕਿਸ ਲਈ। ਕਾਤਿਬ ਸ਼ਬਦ ਦਾ ਅਰਥ ਹੈ ਲਿਖਣ ਵਾਲਾ। ਸਲਾਹ ਸ਼ਬਦ ਦਾ ਅਰਥ ਹੈ ਵਡਿਆਈ ਜਾਂ ਤਾਰੀਫ। ਅਲਫ ਸ਼ਬਦ ਦਾ ਅਰਥ ਹੈ ਅਰਬੀ ਅਤੇ ਫਾਰਸੀ ਵਰਣਮਾਲਾ ਦਾ ਪਹਿਲਾ ਅੱਖਰ, ਭਾਵ ਅੱਲਾ। ਇਸ ਦੋੜੇ ਵਿੱਚ ਬਾਊ ਜੀ ਕਹਿੰਦੇ ਹਨ ਕਿ ਅਸਲ ਮਨੁੱਖ ਉਹ ਹੀ ਸਲਾਹੁਣਯੋਗ ਹਨ ਜਿਹੜੇ ਮੁਰਸ਼ਦ ਅਤੇ ਅੱਲਾ ਨਾਲ ਪ੍ਰੀਤ ਪਾਉਂਦੇ ਹਨ।
ਸੁਲਤਾਨ ਬਾਹੂ ਜੀ ਕਹਿੰਦੇ ਹਨ ਕਿ ਹੇ ਭਾਈ, ਤੂੰ ਦਾਅਵਾ ਕਰਦਾ ਹੈ ਕਿ ਮੈਂ ਠੀਕ ਤਰ੍ਹਾਂ ਰੱਬ ਦਾ ਨਾਮ ਲਿਖਣਾ ਸਿੱਖ ਲਿਆ ਹੈ, ਪਰ ਜੇਕਰ ਤੂੰ ਇਹ ਕਦੇ ਸਹੀ ਤਰ੍ਹਾਂ ਲਿਖ ਹੀ ਨਹੀਂ ਸਕਿਆ ਤਾਂ ਤੂੰ ਐਵੇਂ ਕਾਗਜ਼ ਕਿਉਂ ਖਰਾਬ ਕਰਦਾ ਹੈ? ਜੇਕਰ ਤੈਨੂੰ ਕਲਮ ਚਲਾਉਣੀ ਨਹੀਂ ਆਉਂਦੀ ਤਾਂ ਤੂੰ ਆਪਣਾ ਨਾਂ ਲਿਖਾਰੀ ਕਿਉਂ ਰਖਾਇਆ ਹੈ? ਜਿਸ ਦਿਨ ਤੂੰ ਆਪਣੇ ਕਰਮਾਂ ਦਾ ਲੇਖਾ ਲਿਖਣ ਵਾਲੇ ਲਿਖਾਰੀ ਦੇ ਹੱਥ ਆਇਆ, ਉਦੋਂ ਤੇਰੀ ਸਾਰੀ ਸਿਫਤ ਵਿਅਰਥ ਸਾਬਤ ਹੋ ਜਾਵੇਗੀ। ਅਸਲ ਵਿੱਚ ਸਹੀ ਅਰਥਾਂ ਵਿੱਚ ਸਿਫਤ ਦੇ ਮਾਲਕ ਉਹ ਲੋਕ ਹੀ ਹੁੰਦੇ ਹਨ ਜਿਹੜੇ ਅੱਲਾ ਦਾ ਨਾਮ ਅਤੇ ਮੁਰਸ਼ਦ ਦੀ ਸੇਵਾ ਕਮਾਉਂਦੇ ਹਨ। ਸੁਲਤਾਨ ਬਾਹੂ ਜੀ ਦਾ ਅਗਲਾ ਦੋੜਾ ਹੈ, ਨੂਨ ਨਾਲ ਕੁਸੰਗੀ ਸੰਗ ਨਾ ਕਰੀਏ, ਕੁੱਲ ਨੂੰ ਲਾਜ ਨਾ ਲਾਈਏ ਹੂ, ਤੁਮੇ ਤਰਬੂਜ ਮੂਲ ਨਾ ਹੁੰਦੇ, ਤੋੜੇ ਮੱਕੇ ਲੈ ਜਾਈਏ ਹੂ, ਕਾਵਾਂ ਦੇ ਬੱਚੇ ਹੰਸ ਨਾ ਹੋਵਣ, ਤੋੜੇ ਮੋਤੀ ਚੋਗ ਚੁਗਾਈਏ ਹੂ, ਕੌੜੇ ਖੂਹ ਨਾ ਹੁੰਦੇ ਮਿੱਠੇ, ਬਾਹੂ ਤੋੜੇ ਸੈ ਮਣਾ ਖੰਡ ਪਾਈਏ ਹੂ। ਕੁਸੰਗੀ ਸ਼ਬਦ ਦਾ ਅਰਥ ਹੈ ਬੁਰੀ ਸੰਗਤ, ਭਾਵ ਖੋਟਾ ਸਾਥ। ਕੁੱਲ ਸ਼ਬਦ ਦਾ ਅਰਥ ਹੈ ਵੰਸ਼, ਭਾਵ ਖਾਨਦਾਨ। ਲਾਜ ਸ਼ਬਦ ਦਾ ਅਰਥ ਹੈ ਬਦਨਾਮੀ। ਤੁਮੇ ਦਾ ਭਾਵ ਹੈ ਇੱਕ ਕੌੜਾ ਫਲ। ਮੂਲ ਨਾ ਸ਼ਬਦ ਦਾ ਅਰਥ ਹੈ ਬਿਲਕੁਲ ਨਹੀਂ। ਤੋੜੇ ਸ਼ਬਦ ਦਾ ਅਰਥ ਹੈ ਭਾਵੇਂ। ਮੱਕੇ ਸ਼ਬਦ ਦਾ ਅਰਥ ਹੈ ਮੁਸਲਮਾਨਾਂ ਦਾ ਧਰਮ ਸਥਾਨ। ਇਸ ਦੋੜੇ ਵਿੱਚ ਬਾਹੂ ਜੀ ਨੇ ਮਨੁੱਖ ਨੂੰ ਬੁਰੀ ਸੰਗਤ ਕਰਨ ਤੋਂ ਵਰਜਿਆ ਹੈ। ਸੁਲਤਾਨ ਬਾਹੂ ਜੀ ਕਹਿੰਦੇ ਹਨ, ਹੇ ਭਾਈ, ਸਾਨੂੰ ਕਦੇ ਵੀ ਬੁਰੇ ਆਦਮੀ ਦੀ ਸੰਗਤ ਨਹੀਂ ਕਰਨੀ ਚਾਹੀਦੀ। ਸਾਨੂੰ ਬੁਰੇ ਆਦਮੀ ਦੀ ਸੰਗਤ ਕਰਕੇ ਕਦੇ ਵੀ ਆਪਣੇ ਖਾਨਦਾਨ ਦਾ ਨਾਂ ਬਦਨਾਮ ਨਹੀਂ ਕਰਨਾ ਚਾਹੀਦਾ। ਜਿਸ ਤਰ੍ਹਾਂ ਕੌੜਾ ਤੁੰਮਾ ਕਦੇ ਵੀ ਮਿੱਠਾ ਹਦਵਾਣਾ ਨਹੀਂ ਬਣਦਾ, ਭਾਵੇਂ ਉਸ ਨੂੰ ਤੋੜ ਕੇ ਮੱਕੇ ਲੈ ਜਾਵੋ। ਜਿਸ ਤਰ੍ਹਾਂ ਕਾਵਾਂ ਦੇ ਬੱਚੇ ਹੰਸ ਨਹੀਂ ਬਣਦੇ, ਭਾਵੇਂ ਉਹਨਾਂ ਨੂੰ ਮੋਤੀਆਂ ਦਾ ਚੋਗਾ ਚੁਗਾਇਆ ਜਾਵੇ। ਜਿਸ ਤਰ੍ਹਾਂ ਕੌੜੇ ਪਾਣੀ ਵਾਲੇ ਖੂਹ ਕਦੇ ਵੀ ਮਿੱਠੇ ਨਹੀਂ ਹੁੰਦੇ, ਭਾਵੇਂ ਉਸ ਵਿੱਚ 100 ਮਣ ਖੰਡ ਪਾ ਦਿੱਤੀ ਜਾਵੇ। ਇਸੇ ਤਰ੍ਹਾਂ ਬੁਰਾ ਆਦਮੀ ਕਿਸੇ ਢੰਗ ਨਾਲ ਵੀ ਚੰਗਾ ਨਹੀਂ ਬਣ ਸਕਦਾ। ਸੋ ਇਸ ਦੋਹੜੇ ਦਾ ਭਾਵ ਇਹ ਹੈ ਕਿ ਮਨੁੱਖ ਨੂੰ ਕੁਸੰਗੀ ਦਾ ਸੰਗ ਨਹੀਂ ਕਰਨਾ ਚਾਹੀਦਾ, ਕਿਉਂਕਿ ਕੁਸੰਗੀ ਕਦੇ ਵੀ ਚੰਗਾ ਨਹੀਂ ਹੋ ਸਕਦਾ। ਇਹ ਸੀ 12ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਸੁਲਤਾਨ ਬਾਹੂ ਜੀ ਦੇ ਦੋਹੜੇ, ਜਿਨ੍ਹਾਂ ਵਿੱਚ ਸੁਲਤਾਨ ਬਾਹੂ ਜੀ ਨੇ ਮਾਲਾ ਫੇਰਨ ਦੇ ਪਾਖੰਡ ਦਾ ਖੰਡਨ ਕੀਤਾ ਹੈ। ਮਨੁੱਖ ਨੂੰ ਸਮਝਾਇਆ ਹੈ ਕਿ ਰੱਬ ਦਾ ਇਸ਼ਕ ਕਮਾਉਣਾ ਸੌਖਾ ਨਹੀਂ। ਰੂਹਾਨੀ ਰਾਹ ਉੱਤੇ ਚੱਲਣ ਲਈ ਮੁਰਸ਼ਦ ਦੀ ਜ਼ਰੂਰਤ ਹੈ, ਪਰ ਮੁਰਸ਼ਦ ਵੀ ਅਜਿਹਾ ਹੋਣਾ ਚਾਹੀਦਾ ਹੈ ਜਿਹੜਾ ਇੱਕ ਨਿਗਾਹ ਨਾਲ ਹੀ ਮਨ ਦੀ ਸਾਰੀ ਮੈਲ ਦੂਰ ਕਰ ਦੇਵੇ। ਸਹੀ ਅਰਥਾਂ ਵਿੱਚ ਸਿਫਤ ਦੇ ਮਾਲਕ ਉਹ ਲੋਕ ਹੁੰਦੇ ਹਨ ਜਿਹੜੇ ਅੱਲਾ ਅਤੇ ਮੁਰਸ਼ਦ ਨਾਲ ਪ੍ਰੀਤ ਪਾਉਂਦੇ ਹਨ। ਸੁਲਤਾਨ ਬਾਹੂ ਜੀ ਨੇ ਆਪਣੇ ਦੋਹੜਿਆਂ ਵਿੱਚ ਮਨੁੱਖ ਨੂੰ ਬੁਰੀ ਸੰਗਤ ਕਰਨ ਤੋਂ ਵਰਜਿਆ ਹੈ। ਧੰਨਵਾਦ।